अस्सलाम वालेकुम जी दोस्तों, की हाल है? उम्मीद करते हैं सब खैरियत ना होंगे। ਇਹ ਦੋਸਤੋ ਕਿ ਸਾਡੀ ਆਪਣਾ ਜਿਹੜਾ ਚੈਨਲ ਆਪਣਾ ਦਰਵੇਸ਼ੀ ਬਾਬਾ, ਕਿਉਂਕਿ ਅਸੀਂ ਕੀਤਾ ਸੀ ਕਿ ਅਸੀਂ ਜਨਾਬ ਇਹਦੇ ਤੇ ਹਿਸਟਰੀ ਤੇ ਵੀ ਪ੍ਰੋਗਰਾਮ ਕਰਾਂਗੇ, ਤੇ ਅੱਜ ਅਸੀਂ ਹਿਸਟਰੀ ਤੇ ਤਾਰੀਖ ਤੇ ਪਹਿਲਾ ਪ੍ਰੋਗਰਾਮ ਕਰ ਰਹੇ ਹਾਂ। ਇਹ ਸਾਡੇ ਨਾਲ ਬਜ਼ੁਰਗ ਮੌਜੂਦ ਨੇ, ਯਾਨੀ ਕਿ ਜਿਹੜੇ ਹਿਜਰਤ ਕਰਕੇ ਇੰਡੀਆ 'ਚ 1947 'ਚ ਪਾਕਿਸਤਾਨ ਆਏ ਸੀ। ਅੱਜ ਮੈਂ ਇਹ ਲਹਿੰਦੇ ਪੰਜਾਬ ਦੇ ਡਿਸਟ੍ਰਿਕਟ ਟੋਭਾ ਟੇਕ ਸਿੰਘ ਦੀ ਤਹਿਸੀਲ ਗੋਜਰਾ ਦਾ ਪਿੰਡ ਹੈਗਾ 162 ਗਾਹਬੇ ਨਸ਼ਹਿਰਾ ਮੂੰਗੀ ਬੰਗਲਾ ਮਰੀਦਵਾਲਾ ਰੋਡ ਤੇ ਪਿੰਡ ਵਾਕਿਆ ਜੇ। ਇਹ ਮੇਰੇ ਨਾਲ ਬਜ਼ੁਰਗ ਨੇ ਆਪਣਾ ਮਨੀਰ ਸਾਹਿਬ, ਇਹ ਉੱਧਰੋਂ ਹਿਜਰਤ ਕਰਕੇ ਆਏ ਸੀਗੇ। ਇਹਨਾਂ ਕੋਲ ਉਧਰ ਦੇ ਬਾਰੇ ਕਿੱਸਾ ਜਾਣਦੇ ਹਾਂ ਤੇ ਇਹ ਕਿਸ ਤਰ੍ਹਾਂ ਆਏ, ਕੀ ਇਹਨਾਂ ਨੂੰ ਉੱਥੋਂ ਮੁਸੀਬਤਾਂ ਬਰਦਾਸ਼ਤ ਕਰਨੀਆਂ ਪਈਆਂ। ਜੀ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਹਾਂਜੀ ਬਜ਼ੁਰਗੋ, ਕੀ ਹਾਲ ਨੇ? ਚੰਗਾ ਜੀ, ਸ਼ੁਕਰ ਅੱਲਾ ਦਾ ਜਿਹੜਾ ਅੱਲਾ ਟਾਈਮ ਨਿਕਾਲ ਦੇ ਪਾਏ। ਅਸੀਂ ਬਹੁਤ ਔਖੇ ਹਾਂ, ਉੱਥੋਂ ਸੁੱਖ ਨਾਲ ਨਹੀਂ ਆਏ। ਇਹ ਤੁਹਾਡਾ ਕਿਹੜਾ ਪਿੰਡ ਸੀ ਜੀ ਉੱਥੇ? ਸਾਡਾ ਪਿੰਡ ਪੱਖੋਵਾਲ। ਪੱਖੋਵਾਲ ਕੁਲੀਆਂ ਸਦਾਉਂਦਾ ਸੀ। ਪੱਖੋਵਾਲ ਕੁਲੀਆਂ ਸਦਾਉਂਦਾ ਸੀ। ਗੁਰਦਾਸਪੁਰ ਦਾ ਜ਼ਿਲ੍ਹਾ ਲੱਗਦਾ ਸੀ ਸਾਨੂੰ। ਜ਼ਿਲ੍ਹਾ ਗੁਰਦਾਸਪੁਰ? ਹਾਂ, ਗੁਰਦਾਸਪੁਰ। ਅੱਛਾ ਜੀ। ਹਾਂ, ਤੇ ਗੁਰਦਾਸਪੁਰ ਦੇ ਵਿੱਚੋਂ ਸਾਡਾ ਕੈਂਪ ਬਣਿਆ ਸੀ ਤੇ ਅਸੀਂ ਆਏ ਸੀ ਉੱਥੋਂ। ਇਹ ਜਦੋਂ ਤੁਸੀਂ ਆਏ ਸੀ ਇਹ ਤੋਂ ਕਿੰਨੇ ਬੰਦੇ ਸੀ? ਕਿਹੜੇ ਕਿਹੜੇ ਬੰਦੇ ਤੁਹਾਡੇ ਨਾਲ ਸੀ? ਸਾਡੇ ਨਾਲ ਸਾਰੇ ਬੰਦੇ ਸੀ ਜਿੰਨੇ ਪੱਖੋਵਾਲ ਦੇ ਸੀ ਨਾ, ਸਾਰੇ ਇਕੱਠੇ ਉੱਠ ਕੇ ਆਏ ਸੀ ਉੱਥੋਂ। ਤੇ ਇਹ ਆਪਣਾ ਉੱਥੇ ਤੁਹਾਨੂੰ ਕਿੰਨੇ ਤੰਗ ਕੀਤਾ ਸੀ ਜਿਹੜਾ ਤੁਸੀਂ ਇੱਧਰ ਆ ਗਏ ਸੀਗੇ? ਉੱਥੋਂ ਸਾਨੂੰ ਤੰਗ ਨਹੀਂ ਕਿਸੇ ਨੇ ਕੀਤਾ, ਰਾਹ ਜਾਣ ਕੇ ਹੋਏ ਆ ਤੰਗ। ਕਿੰਨੇ ਰਾਹ ਵਿੱਚ ਜਾਣੀ ਕਿ ਆਪਣਾ ਸੁਣਿਆ ਕਿ ਤੁਹਾਡੇ ਇੱਕ ਬਜ਼ੁਰਗ ਵੀ ਕਿ ਮਜ਼ਦੂਰ ਸੀ, ਕੌਣ ਸੀਗੇ? ਤੁਸੀਂ ਉਹਨਾਂ ਨੂੰ ਕਹਿੰਦੇ ਮੋਢੇ 'ਤੇ ਚੁੱਕ ਕੇ ਲੈ ਕੇ ਆਏ ਸੀ? ਆਹ ਜੇ ਮੋਢਿਆਂ 'ਤੇ ਸਮਝ ਲਓ ਵੀ ਉਹਨੂੰ ਮੈਂ ਬਾਹੋਂ ਫੜ ਕੇ ਲਿਆਂਦਾ ਸੀ। ਸਹਿ ਤੁਰਿਆ ਹੁੰਦਾ ਸੀ ਤੇ ਉਹਨੂੰ ਮੇਰਾ ਤਾਇਆ ਸੀ ਜੀ ਉਹ। ਅੱਛਾ ਜੀ। ਹਾਂ, ਉਹਨੂੰ ਮੈਂ ਨਾਲ ਲਿਆਂਦਾ ਸੀ। ਕੀ ਨਾਮ ਸੀ ਜੀ ਉਹਦਾ? ਉਹਦੇ ਨਾਲ ਫਜ਼ਲਦੀਨ। ਫਜ਼ਲਦੀਨ। ਹਾਂ। ਉਹ ਕਿੰਨੀ ਕੁ ਉਮਰ ਸੀ ਉਹਨਾਂ ਦੀ? ਉਹ ਜੀ ਉਸਲੇ ਹੁਣ ਮੈਨੂੰ ਮੈਂ 80-90 ਸਾਲ ਦੀ ਉਮਰ ਹੋਣੀ ਉਦੋਂ? ਹੂੰ। ਤੇ ਤੁਹਾਡੀ ਉਦੋਂ ਉਮਰ ਕਿੰਨੀ ਸੀ ਜਦੋਂ ਤੁਸੀਂ ਆਏ ਇੱਧਰ? ਮੈਂ ਉਦੋਂ 10-11 ਸਾਲਾਂ ਦਾ ਸੀ। ਯਾਨੀ ਕਿ ਅਜੇ ਉੱਥੇ ਸੀਗੇ ਯਾਨੀ ਕਿ? ਹਾਂ, 10-11 ਸਾਲਾਂ ਦਾ ਸੀ। ਅੱਛਾ, ਜਦੋਂ ਤੁਸੀਂ ਆਪਣਾ ਬਜ਼ੁਰਗਾਂ ਨੂੰ ਮੋਢਿਆਂ ਦੇ ਵਿੱਚ ਚਲੋ ਚੁੱਕਿਆ ਤੇ ਕਿ ਤੁਸੀਂ ਇਸ ਚੀਜ਼ ਦਾ ਅੱਗੇ ਖੌਫ ਨਹੀਂ ਆ ਕਿ ਜਨਾਬ ਬੰਦਾ ਹੁੰਦਾ ਕਿ ਚਲੋ ਜਨਾਬ ਬਾਬੇ ਨੂੰ ਸੁੱਟੋ ਤੇ ਆਪ ਨਿਕਲੋ? ਨਹੀਂ ਨਹੀਂ, ਇਹ ਨਹੀਂ ਸਾਡੇ। ਉੱਦਾਂ ਕੰਪ ਦੇ ਵਿੱਚ ਜਦੋਂ ਸਿੱਖਾਂ ਦਾ ਵਡਾਂਗਾ ਪੈਂਦਾ ਰਿਹਾ ਉਦੋਂ ਕਈਆਂ ਨੇ ਨਿਆਣੇ ਸੁੱਟ ਦਿੱਤੇ ਸੀ ਰਾਹ ਦੇ ਵਿੱਚ। ਅੱਛਾ, ਉਧਰ ਆਪਣੀ ਕਿੰਨੀ ਜ਼ਮੀਨ ਹੁੰਦੀ ਸੀ? ਜ਼ਮੀਨ ਉਹ ਸਾਡੀ ਬਥੇਰੀ ਸੀ ਉੱਧਰ। ਕਿੰਨੀ ਕੁ ਫਿਰ ਵੀ? 2 ਕਿੱਲੇ, 4 ਕਿੱਲੇ, 6 ਕਿੱਲੇ? ਨਹੀਂ, ਜ਼ਮੀਨ ਸਾਡੀ ਅਸੀਂ ਤਾਂ ਮਲਾਹ ਅੱਧ ਵਿੱਚ ਮਲਾਹ ਸੀ ਤੇ ਅੱਧ 'ਚ ਅਸੀਂ ਸੀ। ਅੱਛਾ ਜੀ। ਹਾਂ। ਤੇ ਇੱਧਰ ਫਿਰ ਗੌਰਮੈਂਟ ਨੇ ਸਾਨੂੰ ਜ਼ਮੀਨ ਉਹ ਨਹੀਂ ਦਿੱਤੀ ਜਾਂ ਬਿਲਕੁਲ ਥੋੜ੍ਹੀ ਬਹੁਤੀ? ਇੱਧਰ ਨੰਬਰਾਂ ਦੇ ਵਿੱਚ ਸਾਨੂੰ ਘੱਟ ਦਿੱਤੀ ਹੈ ਜ਼ਮੀਨ। ਘੱਟ ਦਿੱਤੀ? ਹਾਂ। ਜਾਣੀ ਕਿ ਇੱਧਰ ਆਣ ਕੇ ਜਾਣੀ ਕਿ ਸ਼ੁਰੂ ਤੋਂ ਹੀ ਯਾਨੀ ਕਿ ਉਹ 2 ਨੰਬਰੀਆਂ ਚੱਲੀਆਂ ਵਾ? ਹਾਂ, 2 ਨੰਬਰ ਜਿੱਦਾਂ ਹੁਣ ਚੱਲਦੀਆਂ ਪਈਆਂ ਇਲੈਕਸ਼ਨ ਚੱਲ ਗਈਆਂ 2 ਨੰਬਰੀਆਂ। ਆਹੋ, 2 ਨੰਬਰਾਂ 'ਚ ਸਾਨੂੰ ਫਿਰ ਘੱਟ ਦਿੱਤੀ ਹੈ ਜ਼ਮੀਨ। ਅੱਛਾ, ਉੱਥੇ ਤਾਂ ਕੀ ਤੁਹਾਡਾ ਯਾਰ ਬੇਲੀ ਕੋਈ ਤੁਹਾਨੂੰ ਹੈ ਯਾਰ? ਕਿਹੜੇ ਯਾਰ ਬੇਲੀ ਹੁੰਦੇ ਸੀ ਜਿਹੜੇ ਕਿ ਉੱਧਰ ਰਹਿ ਗਏ ਸੀਗੇ? ਆਹੋ ਜੀ, ਉਹਦੇ ਚਬਾਰ ਸੀ ਸਾਡੇ ਪਿੰਡ 'ਚ ਬਹੁਤੇ। ਚਬਾਰਾਂ ਦੇ ਘਰ ਸੀ 2-3। ਅੱਛਾ। ਮੰਗਤੂ, ਜੰਗਤੂ, ਜੱਲਾ, ਮਨੀਆਂ, ਇਹ ਸੀ ਉੱਧਰ। ਸਾਈ ਸੀ ਉੱਧਰ, ਟਹਿਲਾ, ਭਿੰਡੀ, ਸਿੰਡੀ, ਇੱਦਾਂ ਦੇ ਨਾਂ ਸੀ ਉਹਨਾਂ ਦੇ। ਜਲਾਲ, ਮਾਧੋ, ਇੱਦਾਂ ਦੇ ਨਾਂ ਸੀ ਸਾਈਆਂ ਦੇ ਵੀ। ਅੱਛਾ, ਤੇ ਜਦੋਂ ਤੁਸੀਂ ਇੱਧਰ ਆ ਗਏ ਆ, ਇੱਧਰ ਜਦੋਂ ਇਸ ਪਿੰਡ 'ਚ ਤੁਸੀਂ ਆ ਗਏ ਆ, ਇੱਥੇ ਜਿਹੜੇ ਸਿੱਖ ਸੀ ਚਲੇ ਗਏ, ਉਹਨਾਂ ਤੁਹਾਡੀ ਕਿਸੇ ਨਾਲ ਕੋਈ ਦੋਸਤੀ ਸੀ ਨਹੀਂ ਪਈ? ਨਹੀਂ, ਇੱਧਰ ਕੋਈ ਸਿੱਖ ਹੈ ਹੀ ਨਹੀਂ, ਕੋਈ ਨਹੀਂ ਹੈ ਜਦੋਂ ਅਸੀਂ ਆਏ ਹਾਂ। ਕਿ ਚਲੇ ਗਏ ਸੀਗੇ ਇੱਥੋਂ ਸਭ ਕੰਪੋਰਟ ਚਲੇ ਗਏ। ਤੇ ਇੱਥੇ ਉੱਦਾਂ ਇੱਕ ਨੇ ਤੁਹਾਡੇ ਪਿੰਡ ਗੁਰਦੁਆਰਾ ਜਿਹੜਾ ਹੁੰਦਾ ਸੀ ਜਿੱਥੇ ਨੂੰ ਮਸਜਿਦ ਬਣ ਗਈ ਹੋਈ ਹੈ, ਉੱਥੇ ਯਾਨੀ ਕਿ ਉਦੋਂ ਪੂਰਾ ਪਿੰਡ ਇਹ ਵੀ ਸਿੱਖਾਂ ਦਾ ਸੀਗਾ? ਹਾਂ, ਇਹ ਸਾਡਾ ਪਿੰਡ ਹੈ ਹੀ ਸਿੱਖਾਂ ਦਾ ਇਹ ਸਾਰਾ। ਇਹ ਨਸ਼ਹਿਰਾ ਸਿੱਖਾਂ ਦਾ ਹੈ। ਹਾਂ। ਤੇ ਇਹ ਉਸ ਚੜ ਕੇ ਤੁਸੀਂ ਇੱਧਰ ਆ ਗਏ ਤੇ ਇੱਧਰੋਂ ਸਿੱਖ ਉੱਠ ਕੇ ਉੱਧਰ ਚਲੇ ਗਏ? ਉੱਧਰ ਚਲੇ ਗਏ। ਤੇ ਇਹ ਹੁਣ ਜਿੱਥੇ ਮਸਜਿਦ ਬਣੀ ਆ, ਕਹਿੰਦੇ ਆ ਮਸਜਿਦ ਦੇ ਨਾਲ ਹੀ ਗੁਰਦੁਆਰਾ ਹੁੰਦਾ ਸੀਗਾ, ਇਹ ਕਿੰਨੀ ਕੁ ਦੇਰ ਗੁਰਦੁਆਰਾ ਕਾਇਮ ਰਿਹਾ ਇੱਥੇ? ਇਹ ਸਿੱਖਾਂ ਦਾ ਪਿਆਰਾ ਸੀ। ਇਹ ਸਾਡੇ ਮੁਸਲਮਾਨਾਂ ਨੇ ਆਣ ਕੇ ਤੇ ਮਸਜਿਦ ਬਣਾਈ ਹੈ ਇੱਥੇ। ਤੇ ਉਧਰ ਹੁਣ ਤੁਹਾਨੂੰ ਜ਼ਮੀਨ ਵੀ ਆ ਕਹਿੰਦੇ ਜੀ ਨਹੀਂ ਮਿਲੀ ਹੈਗੀ, ਤੇ ਇਹ ਹੁਣ ਮੌਜੂਦਾ ਮੁਲਕੀ ਹਾਲਾਤ ਹੈ ਕਿ ਆਪਣਾ ਕੀ ਗੌਰਮੈਂਟ ਤੁਹਾਡੀ ਕੀ ਮਦਦ ਕਰ ਰਹੀ ਹੈ? ਕੋਈ ਮਦਦ ਨਹੀਂ ਕਰਦੀ ਗੌਰਮੈਂਟ ਜੀ। ਗੌਰਮੈਂਟ ਕੋਈ ਮਦਦ ਨਹੀਂ ਕਰਦੀ ਇੱਥੇ। ਇਹ ਹੁਣ ਜਿਹੜਾ ਗਰੀਬਾਂ ਨੂੰ ਕਹਿੰਦੇ ਸੀ ਆਟਾ ਊਟਾ ਜਾਂ ਮਰੀਆਂ ਨਵਾਜ਼ ਦੇ ਰਹੀ, ਉਹ ਵੀ ਮਿਲਿਆ ਕਿ ਨਹੀਂ ਕੋਈ? ਨਹੀਂ, ਕੋਈ ਨਹੀਂ ਮਿਲਿਆ, ਸਾਨੂੰ ਨਹੀਂ ਜੀ ਮਿਲਿਆ ਅਜੇ। ਕਿ ਤੁਹਾਡੇ ਪਿੰਡ ਦੇਣ ਵੀ ਆਏ ਕਿ ਨਹੀਂ? ਨਹੀਂ, ਅਜੇ ਕਿਸੇ ਆਏ ਵੀ ਨਹੀਂ। ਅੱਛਾ। ਹਾਂ, ਦੇਣ ਵੀ ਨਹੀਂ ਆਏ ਸਾਡੇ ਪਿੰਡ। ਤੇ ਹੁਣ ਕੀ ਤੁਸੀਂ ਕੋਈ ਪੁਰਾਣਾ ਪਿੰਡ ਤੁਹਾਨੂੰ ਯਾਦ ਆਉਂਦਾ ਆਪਣਾ? ਹਾਂ, ਪੁਰਾਣਾ ਪਿੰਡ ਯਾਦ ਆਉਂਦਾ ਇੰਡੀਆ ਦਾ?
ਆਹੋ ਸਾਡਾ ਪੱਖੋਵਾਲ ਕੁੱਲੀਆਂ, ਉਹ ਪੱਖੋਵਾਲ ਕੁੱਲੀਆਂ ਸਜਾਉਂਦਾ ਸੀ, ਲਾਗੇ ਚੇਚੀਆਂ ਸੀ। ਫਿਰ ਜਿੱਥੋਂ ਮੌਲਵੀ ਗੁਲਾਮ ਰਸੂਲ ਹੋਇਆ ਆਲਮਪੁਰ ਦਾ, ਉਹ ਵੀ ਪਨਿਆੜ, ਸਾਰੇ ਪਿੰਡ ਸਾਡੇ ਉੱਥੇ ਲਾਗੇ ਸੀ। ਪਨਿਆੜ, ਡੁਗਰੀ ਸਿੱਖਾਂ ਦੀ ਵੱਜਦੀ। ਡੁਗਰੀ ਮੇਰੇ ਨਾਨਕੇ ਸੀ। ਡੁਗਰੀ ਨਾਨਕੇ ਸੀਗੇ? ਉਹ ਨਾਨਕੇ ਵੀ ਇੱਧਰ ਆਏ ਜਾਂ ਉੱਧਰ ਹੀ ਰਹਿ ਗਏ? ਨਹੀਂ ਉਹ ਵੀ ਆ ਗਏ ਦੇ ਆ, ਉਹ ਇੱਥੇ ਚੱਬੇ ਆ ਬੈਠੇ ਦੇ। ਚੱਬੇ ਆ ਢਾਬਾਂ ਦਾ ਟੇਸਨ ਲੱਗਦਾ ਉਹਨਾਂ ਨੂੰ, ਚੱਬਾ ਚੱਕ ਆ ਉੱਥੇ ਪਿੱਛੋਂ ਡੁਗਰੀ ਦੇ ਆ। ਤੇ ਉਦੋਂ ਉੱਥੇ ਤੁਹਾਡੇ ਪਿੰਡ ਦਾ ਲੰਬੜਦਾਰ ਕਿਹੜਾ ਹੁੰਦਾ ਸੀ? ਕਿੱਥੇ? ਉਹ ਜਿਹੜਾ ਤੁਹਾਡਾ ਉਹ ਪਿਛਲਾ ਪਿੰਡ ਸੀਗਾ ਆਪਣਾ ਪੱਖੋਵਾਲ। ਉੱਥੇ ਸਾਡੇ ਪਿੰਡ ਦਾ ਇਬਰਾਹੀਮ ਸੀ, ਉਹਦੇ ਨੂਰ ਮੁਹੰਮਦ ਸੀ, ਦੋ ਭਰਾ ਸੀ ਉਹ, ਨੂਰ ਮੁਹੰਮਦ ਤੇ ਅਲੀ ਅਹਿਮਦ। ਉਹ ਲੰਬੜਦਾਰ ਉਹ ਹੀ ਇੱਥੇ ਆ ਹੁਣ ਲੰਬੜਦਾਰ। ਕਿੱਥੇ? ਇੱਥੇ ਸਾਡੇ ਨਸ਼ਹਿਰੇ। ਯਾਨੀ ਕਿ ਉਹ ਉਧਰੋਂ ਉਧਰ ਜਿਹੜਾ ਲੰਬੜਦਾਰ ਸੀ ਉਹ ਵੀ ਇੱਧਰ ਆਣ ਕੇ ਉਹੀ ਲੰਬੜਦਾਰ ਬਣੇ? ਹਾਂ, ਉਹਦਾ ਮੁੰਡਾ ਬਣਿਆ ਦਾ ਹੁਣ ਇੱਧਰ ਆਣ ਕੇ। ਠੀਕ ਹੋ ਗਿਆ ਜੀ। ਹਾਂ। ਤੇ ਇਹ ਕਿ ਹੁਣ ਤੁਹਾਨੂੰ ਕਿ ਤੁਸੀਂ ਉਧਰ ਜਾਓ ਤੇ ਪਿੰਡ ਘਰ ਆਪਣੇ ਪਛਾਣ ਲਓਗੇ? ਹਾਂ, ਮੈਂ ਲੱਭ ਲਾਂਗਾ ਆਪਣਾ ਘਰ, ਹੁਣ ਵੀ ਮੈਂ ਲੱਭ ਲਾਂਗਾ ਜਾ ਕੇ। ਗੁਰਦਾਸਪੁਰੇ ਨਾ ਗੱਡੀ ਬੱਸ 'ਚ ਬਹਿ ਕੇ ਤੇ ਆਪਣੇ ਪੱਖੋਵਾਲ ਕੁੱਲੀਆਂ 'ਚ। ਅੱਛਾ, ਹੁਣ ਜੇ ਤੂੰ ਕਹਿੰਦਾ ਜੀ ਮੈਂ ਆਪਣਾ ਪਿੰਡ ਪਛਾਣ ਲਾਂਗਾ, ਹਾਂ। ਪਰ ਗੱਲ ਇਹ ਕਿ ਹੁਣ ਉਧਰ ਵੀਜ਼ੇ ਦਾ ਵੀ ਪੰਗੇ ਹੋ ਗਏ ਆ, ਵਿੱਚ ਨਰਮੀ ਹੁੰਦੀ ਕਦੀ ਸਖਤੀ ਹੁੰਦੀ ਆ। ਪਰ ਇੱਕ ਹੁਣ ਨਵੀਂ ਬਲਾ ਆ ਗਈ ਆ ਇੰਡੀਆ ਦੇ ਵਿੱਚ, ਨਰਿੰਦਰ ਮੋਦੀ। ਉਹ ਮੁਸਲਮਾਨ ਵੀ ਉਹ ਤੋਂ ਤੰਗ ਆ, ਈਸਾਈ ਵੀ ਉਹ ਤੋਂ ਤੰਗ ਆ, ਅੱਛਾ। ਸਾਡੇ ਸਰਦਾਰ ਜਿਹੜੇ ਸਿੱਖ ਭਰਾ ਉਹ ਵੀ ਤੰਗ ਆ, ਹਰ ਬੰਦੇ ਨਾਲ ਪੰਗੇ। ਹੁਣ ਕਿਸਾਨਾਂ ਨਾਲ, ਕਿਉਂਕਿ ਆਪਣੇ ਉੱਧਰ ਦੇ ਜਿਹੜਾ ਨਵੀਂ ਜ਼ਰਾਤ ਦਾ ਨਿਜ਼ਾਮ ਆ ਉਹ ਸਰਦਾਰਾਂ ਦੇ ਹੱਥ ਵਿੱਚ ਆ, ਉਹ ਵੀ ਇਹਦੇ ਤੋਂ ਤੰਗ ਨੇ। ਆਏ ਦਿਨ ਉੱਥੇ ਇhtਜਾਜ ਹੁੰਦੇ ਨੇ। ਤੇ ਜਾਵੇ ਤੇ ਹੁਣ ਤੂੰ ਉਧਰ ਜਾਵੇਂ, ਨਰਿੰਦਰ ਮੋਦੀ ਅਗੇ ਤੈਨੂੰ ਟੱਕਰ ਜਾਏ, ਕੋਈ ਪੰਗਾ ਗਿਰੇ, ਕੀ ਕਰੇਗਾ ਤੂੰ? ਉਹ ਸਾਡੇ ਬੱਸ 'ਚ ਨਹੀਂ ਨਾ ਆਇਆ, ਨਹੀਂ ਤਾਂ ਅਸੀਂ ਤਾਂ ਉਹਨੂੰ ਚੁੱਕ ਚੁੱਕ ਕੇ ਮਾਰੀਏ। ਨਹੀਂ, ਜੇ ਤੇਰੀ ਜੇ ਨਰਿੰਦਰ ਮੋਦੀ ਦੀ ਕੁਸ਼ਤੀ ਕਰਾਈ ਜਾਵੇ, ਕੀ ਕਰੇਗਾ? ਉਹਨੂੰ ਮੈਂ ਢਾਲਾਂਗਾ, ਅਦਾ ਕਰੇ। ਢਾਲਾਂਗਾ? ਹਾਂ। ਪਾਪਾ ਤੂੰ ਪਹਿਲਾਂ ਕਬੱਡੀ ਖੇਡਦਾ ਰਿਹਾ? ਹਾਂ, ਕਬੱਡੀ ਵੀ ਘੁਲਦਾ ਵੀ ਰਿਹਾ ਵਾਂ, ਕਬੱਡੀ ਵੀ ਖੇਡਦਾ ਰਿਹਾ। ਠੀਕ ਹੋ ਗਿਆ। ਆਹੋ। ਲੈ ਵੀ ਮੈਂ ਮੋਦੀ ਨੂੰ ਤੇ ਫਿਰ ਇੰਡੀਆ ਵਾਲੇ ਤੇਰਾ ਤਿਆਰ ਕਰੋ ਕਿ ਬਾਬਾ ਸਾਡਾ ਫਾਰਮ 'ਚ ਆਉਣ ਡਿਆ, ਕਹਿੰਦਾ ਜੀ ਮੈਂ ਢਾਹ ਲੈਣਾ ਮੈਂ ਇਹਨੂੰ। ਬੇਸ਼ੱਕ ਬਾਂਹ ਫੜ ਕੇ ਵੇਖ ਲਿਆ ਹੁਣੇ। ਬਾਂਹ ਫੜ ਕੇ? ਆਹੋ। ਯਾਨੀ ਕਿ ਪੰਜਾਂ ਤੋਂ ਪਾਲੇਗਾ ਉਹਦੇ ਨਾਲ ਪੂਰਾ? ਆਹੋ। ਅੱਛਾ ਬਾਬਾ, ਇਹੀ ਆਪਣਾ ਕਸ਼ਮੀਰ 'ਚ ਵੀ ਤੰਗ ਕਰਦੇ ਪਏ ਮੁਸਲਮਾਨਾਂ ਨੂੰ। ਉੱਥੇ ਜਾ ਕੇ ਤੈਨੂੰ ਕਸ਼ਮੀਰ ਭੇਜਿਆ ਜਾਵੇ, ਕਸ਼ਮੀਰ ਫਤਹ ਕਰਾ ਲੂੰ? ਆਹੋ ਜੀ, ਇਹ ਤੇ ਹੈਗਾ ਹੀ ਆ ਵੀ ਚਲੋ ਨਾਲ ਮੇਰੇ ਹੋਰ ਦੋ ਭਰਾ ਰਲ ਜਾਣ ਤਾਂ ਅਸੀਂ ਫਤਿਹ ਕਰਾ ਦਿਆਂਗੇ। ਲਓ ਜੀ, ਤੁਸੀਂ ਬਜ਼ੁਰਗਾਂ ਦੀ ਗੁਫ਼ਤਗੂ ਸੁਣੀ। ਕਹਿੰਦੇ ਜੀ ਨਰਿੰਦਰ ਮੋਦੀ ਨੂੰ ਮੈਂ ਢਾਲੂੰਗਾ ਤੇ ਮੇਰੇ ਨਾਲ ਚਾਰ ਭਰਾ ਰਲ ਜਾਣ ਤੇ ਮੈਂ ਕਸ਼ਮੀਰ ਵੀ ਫਤਹ ਕਰਵਾ ਲੂੰਗਾ। ਹਾਂਜੀ ਦੋਸਤੋ, ਵੀਡੀਓ ਤੁਸੀਂ ਦੇਖੀ, ਬਾਬਾ ਜੀ ਦੀ ਵੀ ਗੁਫ਼ਤਗੂ ਸੁਣੀ, ਯਕੀਨ ਆ ਕਿ ਜ਼ਰੂਰ ਅੱਛੀ ਲੱਗੀ ਹੋਏਗੀ। ਤੇ ਕਿਸ ਤਰ੍ਹਾਂ ਦੀ ਲੱਗੀ ਵੈਸੇ ਤੁਸੀਂ ਆਪਣਾ ਕਮੈਂਟ ਵਿੱਚ ਜ਼ਰੂਰ ਦੱਸਣਾ। ਤੇ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼। ਇਨਸ਼ਾਅੱਲਾ ਅਜ਼za ਵਜਲ ਗਾਂ ਇੱਕ ਨਈ ਸਟੋਰੀ ਦੇ ਨਾਲ ਫੇਰ ਮਿਲਾਂਗੇ।